ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸ਼ਮਿੰਦਰ ਸਿੰਘ ਪ੍ਰੋਗਰਾਮ ਸਾਡਾ ਕਾਨੂੰਨ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ। ਤੁਹਾਨੂੰ ਪਤਾ ਕਿ ਇਸ ਪ੍ਰੋਗਰਾਮ ਤਹਿਤ ਅਸੀਂ ਸਾਡੇ ਕਾਨੂੰਨ ਬਾਰੇ ਜਿਹੜੀ ਹੈ ਉਹ ਜਾਣਕਾਰੀ ਲੈਂਦੇ ਹਾਂ। ਹਮੇਸ਼ਾ ਸਾਡੇ ਸਟੂਡੀਓ ਦੇ ਵਿੱਚ ਵਕੀਲ ਸਾਹਿਬਾਨ ਆਉਂਦੇ ਨੇ ਤੇ ਸਾਨੂੰ ਇਸ ਕੰਮ ਬਾਰੇ ਜਾਣਕਾਰੀ ਦੇ ਕੇ ਜਾਂਦੇ ਨੇ, ਸਾਡੇ ਕਾਨੂੰਨਾਂ ਬਾਰੇ ਜਿਹੜੀ ਹੈ ਉਹ ਸਾਨੂੰ ਜਾਣਕਾਰੀ ਦੇ ਕੇ ਜਾਂਦੇ ਨੇ। ਪਿਛਲੇ 4 ਐਪੀਸੋਡਸ ਤੁਸੀਂ ਦੇਖ ਚੁੱਕੇ ਹੋ। ਅੱਜ 5ਵੇਂ ਐਪੀਸੋਡ ਦੇ ਵਿੱਚ ਅਸੀਂ ਨਸ਼ੇ ਤੇ ਗੱਲ ਕਰਾਂਗੇ। ਨਸ਼ੇ ਦੇ ਨਾਲ NDPS ਐਕਟ ਹੈ ਜਿਹੜਾ ਉਹ ਕੀ ਹੈ, ਇਹਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਸਾਡੇ ਮਾਹਿਰ ਐਡਵੋਕੇਟ ਪੰਕਜ ਸੋਨੀ ਜੀ। ਸੋਨੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਸ਼ਮਿੰਦਰ ਜੀ, ਸਟੂਡੀਓ ਵਿੱਚ ਬੁਲਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋਨੀ ਜੀ ਦੇਖੋ, ਤੁਸੀਂ ਮਹਾਰਤ ਹਾਸਲ ਕੀਤੀ ਹੋਈ ਹੈ NDPS ਐਕਟ ਬਾਰੇ। ਕਾਫੀ ਕੇਸ ਤੁਸੀਂ ਜਿਹੜੇ ਹੈ ਇਸ ਨਾਲ ਰਿਲੇਟਡ ਲੜਦੇ ਹੋ। ਸਭ ਤੋਂ ਪਹਿਲਾਂ ਤਾਂ ਠੀਕ ਹੈ, ਅਸੀਂ NDPS ਸੁਣਦੇ ਹਾਂ, ਇਹਦੀ ਫੁੱਲ ਫਾਰਮ ਕੀ ਹੈ ਤੇ ਇਹ ਹੈ ਕੀ? NDPS ਐਕਟ ਦਾ ਮਤਲਬ ਹੈ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985। ਇਹ ਐਕਟ 14 ਨਵੰਬਰ 1985 ਦੇ ਵਿੱਚ ਲਾਗੂ ਹੋਇਆ ਸੀ। ਇਸ ਤੋਂ ਪਹਿਲਾਂ ਸਾਡੇ ਭਾਰਤ ਵਿੱਚ ਓਪੀਐਮ ਐਕਟ ਤੇ ਡੇਂਜਰਸ ਡਰੱਗਸ ਐਕਟ ਚੱਲਦਾ ਸੀ, ਜਿਸ ਵਿੱਚ ਅਗਰ ਕੋਈ ਛੋਟੀ ਚੀਜ਼ ਵੀ ਫੜੀ ਜਾਂਦੀ ਸੀ ਤਾਂ ਵੀ ਉਹੀ ਸਜ਼ਾ ਸੀ, ਤੇ ਜੇ ਕੋਈ ਜ਼ਿਆਦਾ ਮਕਦਾਰ ਵਿੱਚ ਕੋਈ ਸਮਾਨ ਫੜਿਆ ਜਾਂਦਾ ਸੀ ਤਾਂ ਵੀ ਉਹ ਸਜ਼ਾ ਸੀ। ਪਰ 1985 ਵਿੱਚ ਲੈਜਿਸਲੇਸ਼ਨ ਨੇ NDPS ਐਕਟ ਬਣਾਇਆ, ਜਿਸ ਵਿੱਚ ਉਹਨਾਂ ਨੇ 3 ਕੈਟਾਗਰੀਆਂ ਬਣਾਈਆਂ, ਜਿਸ ਦੇ ਵਿੱਚ ਸਮਾਲ ਕੁਆਂਟੀਟੀ, ਨੌਨ ਕਮਰਸ਼ੀਅਲ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਬਣਾਈਆਂ ਗਈਆਂ, ਜਿਸ ਦੇ ਵਿੱਚ ਵੱਖ-ਵੱਖ ਸਜ਼ਾਵਾਂ ਦਾ ਪ੍ਰਾਵਧਾਨ ਹੈ। ਸੋਨੀ ਜੀ, ਇੱਕ ਤੁਸੀਂ 3 ਕੈਟਾਗਰੀਜ਼ ਜਿਹੜੀਆਂ ਨੇ ਉਹ ਦੱਸੀਆਂ, ਸਮਾਲ, ਦੂਸਰੀ ਸੀਗੇ ਨੌਨ ਕਮਰਸ਼ੀਅਲ ਤੇ ਕਮਰਸ਼ੀਅਲ। ਹੁਣ ਜਿਹੜੀ ਸਮਾਲ ਦੇ ਵਿੱਚ ਕਿੰਨੀ ਕੁ ਜਿਹੜੀ ਹੈਗੀ, ਸਮਾਲ ਕਿੰਨੇ ਨੂੰ ਮੰਨਿਆ ਜਾਂਦਾ ਹੈ? ਸਮਾਲ ਕੁਆਂਟੀਟੀ ਦੇ ਵਿੱਚ ਜਿਵੇਂ ਓਪੀਅਮ ਦੀ ਗੱਲ ਕਰੀਏ ਤਾਂ 25 ਗ੍ਰਾਮ ਤੱਕ ਓਪੀਅਮ ਸਮਾਲ ਕੁਆਂਟੀਟੀ ਹੈ, ਤੇ ਜੇ ਗੋਲੀਆਂ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਗੋਲੀਆਂ ਦਾ ਵੇਟ ਗਿਣਿਆ ਜਾਂਦਾ ਹੈ। ਪਹਿਲਾਂ ਉਹਦਾ ਸਾਲਟ ਦੇਖਿਆ ਜਾਂਦਾ ਸੀ, ਪਰ 2009 ਤੋਂ ਬਾਅਦ ਉਹ ਬਾਏ ਵੇਟ ਦੇਖਿਆ ਜਾਂਦਾ ਹੈ, ਤੇ ਵੇਟ ਦੇ ਮੁਤਾਬਕ 10 ਗ੍ਰਾਮ ਅਗਰ ਗੋਲੀ, ਜਿੰਨੀਆਂ ਗੋਲੀਆਂ 10 ਗ੍ਰਾਮ ਦੇ ਵਿੱਚ ਆਉਣਗੀਆਂ ਉਹ ਸਮਾਲ ਕੁਆਂਟੀਟੀ ਹੈ। ਇਸੇ ਤਰ੍ਹਾਂ ਹੀਰੋਇਨ ਹੈ ਜਿਹੜੀ, ਉਹ 5 ਗ੍ਰਾਮ ਸਮਾਲ ਕੁਆਂਟੀਟੀ ਹੈ। ਓਕੇ, ਹਾਂ ਉਹੀ ਗੱਲ ਹੋ ਗਈ ਜਿਵੇਂ ਹੁਣ ਜੇ 3 ਕੈਟਾਗਰੀ ਜਿਹੜੀਆਂ ਉਹ ਅੱਡ ਹੋ ਗਈਆਂ, ਇਹਨਾਂ ਦੇ ਵਿੱਚ ਫਿਰ ਇਹ ਜਿਹੜੀ ਸਜ਼ਾ ਹੈ ਉਹ ਕਿੰਨੀ ਹੁੰਦੀ ਹੈ? ਸਮਾਲ ਕੁਆਂਟੀਟੀ ਦੇ ਵਿੱਚ ਪਹਿਲਾਂ ਸਜ਼ਾ 6 ਮਹੀਨੇ ਸੀ, ਲੇਕਿਨ ਪਿਛਲੇ 3 ਸਾਲਾਂ ਬਾਅਦ 3 ਸਾਲ ਪਹਿਲਾਂ ਇਹਦੇ ਵਿੱਚ ਅਮੈਂਡਮੈਂਟ ਹੋ ਕੇ ਇਹ ਸਜ਼ਾ ਸਾਲ ਤੱਕ ਕਰ ਦਿੱਤੀ ਗਈ, ਤੇ ਨੌਨ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਜ਼ਾ ਜਿਹੜੀ ਹੈ ਉਹ 10 ਸਾਲ ਤੱਕ ਹੈ, ਤੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਘੱਟੋ ਘੱਟ ਸਜ਼ਾ 10 ਸਾਲ ਤੇ 1 ਲੱਖ ਰੁਪਈਆ ਜੁਰਮਾਨਾ ਹੈ, ਤੇ ਵੱਧ ਤੋਂ ਵੱਧ ਉਮਰ ਕੈਦ ਹੋ ਸਕਦੀ ਹੈ। ਓਕੇ, ਅੱਛਾ, ਇੱਕ ਹੋਰ ਹੈਗਾ ਸਾਡਾ ਡਰੱਗ ਐਂਡ ਕਾਸਮੈਟਿਕ ਐਕਟ, ਇਹ ਵੀ ਹੈਗਾ। ਇਹਨਾਂ ਦੋਨਾਂ 'ਚ ਕੀ ਫਰਕ ਹੈ? ਡਰੱਗ ਐਂਡ ਕਾਸਮੈਟਿਕ ਐਕਟ ਤੇ NDPS ਐਕਟ ਦੇ ਵਿੱਚ ਕਾਫੀ ਫਰਕ ਹੈ। ਡਰੱਗ ਐਂਡ ਕਾਸਮੈਟਿਕ ਐਕਟ ਥੱਲੇ ਸ਼ਡਿਊਲ ਨੇ, ਸ਼ਡਿਊਲ H ਹੈ, ਉਹਦੇ ਵਿੱਚ ਕਾਫੀ ਡਰੱਗਸ ਦਿੱਤੀਆਂ ਗਈਆਂ ਨੇ, ਜਿਵੇਂ ਐਲਪਰਾਜ਼ੋਲਮ, ਡੈਜ਼ਾਪਾਮ, ਉਹ ਚੀਜ਼ਾਂ ਡਰੱਗ ਐਂਡ ਕਾਸਮੈਟਿਕ ਐਕਟ ਸ਼ਡਿਊਲ H ਥੱਲੇ ਵੀ ਆਉਂਦੀਆਂ ਨੇ, ਤੇ NDPS ਐਕਟ ਦੇ ਸਾਈਕੋਟ੍ਰੋਪਿਕ ਸਬਸਟੈਂਸ ਦੀ ਲਿਸਟ ਥੱਲੇ ਵੀ ਆਉਂਦੀਆਂ ਨੇ। ਇਹ ਪੁਲਿਸ ਨੂੰ ਰਾਈਟ ਦਿੱਤਾ ਗਿਆ ਹੈ ਕਿ ਉਹ ਡਰੱਗ ਐਂਡ ਕਾਸਮੈਟਿਕ ਐਕਟ ਥੱਲੇ ਵੀ ਕਾਰਵਾਈ ਕਰ ਸਕਦੇ ਹੈ ਤੇ NDPS ਐਕਟ ਥੱਲੇ ਵੀ ਕਾਰਵਾਈ ਕਰ ਸਕਦੇ ਹੈ। ਲੇਕਿਨ ਇਹਦੇ ਵਿੱਚ ਜੋ ਜ਼ਿਆਦਾ ਵੱਡਾ ਫਰਕ ਹੈ, ਜਿਹੜੇ ਲਾਇਸੈਂਸ ਹੋਲਡਰ ਹੈ, ਡਰੱਗਿਸਟ ਹੈ, ਕੈਮਿਸਟ ਹੈ, ਉਹਨਾਂ ਤੇ ਡਰੱਗ ਐਂਡ ਕਾਸਮੈਟਿਕ ਐਕਟ ਜ਼ਿਆਦਾ ਲਾਗੂ ਹੁੰਦਾ ਹੈ, ਤੇ ਜਿਹੜੇ ਬੰਦੇ ਬਿਨਾਂ ਲਾਇਸੈਂਸ ਤੋਂ ਦਵਾਈਆਂ ਰੱਖਦੇ ਆ ਉਹਨਾਂ ਤੇ NDPS ਐਕਟ। ਦੇਖੋ, ਅਸੀਂ ਬੜੀਆਂ ਦੇਖਦੇ ਹਾਂ, ਬੜੀਆਂ ਦਵਾਈਆਂ ਦੀਆਂ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ, ਉਹਨਾਂ ਦੁਕਾਨਾਂ ਦੇ ਵਿੱਚ ਠੀਕ ਹੈ ਇਹ ਦਵਾਈਆਂ ਦੇ ਤੌਰ 'ਤੇ ਇਹ ਯੂਜ਼ ਹੁੰਦੀਆਂ, ਬਟ ਜਦੋਂ ਜ਼ਿਆਦਾ ਤਾਦਾਦ ਦੇ ਵਿੱਚ ਕਿਸੇ ਨੂੰ ਦੇ ਦਿੱਤੀਆਂ ਜਾਂਦੀਆਂ, ਅਦਰਵਾਈਜ਼ ਤਾਂ ਵੈਸੇ ਇਹ ਚੀਜ਼ਾਂ ਪਰਚੀ 'ਤੇ ਮਿਲਦੀਆਂ ਨੇ, ਪਰ ਬਿਨਾਂ ਪਰਚੀ ਤੋਂ ਵੀ ਜਦੋਂ ਇਹ ਲੋਕ ਦੇ ਦਿੰਦੇ ਨੇ ਤੇ ਕਿੱਡਾ ਕੁ ਵੱਡਾ ਗੁਨਾਹ ਹੈ? ਅਗਰ ਮੈਂ ਬਿਨਾਂ ਪ੍ਰਿਸਕ੍ਰਿਪਸ਼ਨ ਤੋਂ ਕੋਈ ਵੀ ਡਰੱਗ ਆਪਦੇ ਪਾਸ ਰੱਖਦਾ ਹਾਂ ਤਾਂ ਉਹ ਪੋਜੈਸ਼ਨ ਹੀ ਓਫੈਂਸ ਹੈ। ਜੇਕਰ ਮੈਂ 100 ਗੋਲੀ ਆਪਣੇ ਪਾਸ ਐਲਪਰਾਜ਼ੋਲਮ ਦੀ ਰੱਖ ਲੈਣਾ ਤਾਂ ਉਹ ਕਾਫੀ ਵੱਡਾ ਜੁਰਮ ਹੈ, ਤੇ ਉਹਦੇ ਵਿੱਚ ਮੈਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪਰ ਦੇਖੋ, ਇਹ ਹੁੰਦਾ ਵੀ ਇਹਨਾਂ ਨੂੰ ਫਿਰ ਇੱਕ ਜਿਹਨੂੰ ਕੀ ਕਹਿੰਦੇ ਵੀ ਇੱਕ ਕੀ ਕਹਿ ਸਕਦੇ ਉਹਨੂੰ ਵੀ ਉਹ ਮਿਲਦਾ ਹੈ, ਇੱਕ ਲਾਇਸੈਂਸ ਮਿਲਦਾ ਹੋਏਗਾ, ਉਹਦੇ 'ਚ ਇਹ ਹੁੰਦਾ ਹੋਏਗਾ ਵੀ ਇਹ ਤੁਸੀਂ ਇੰਨੀ ਇਹ ਗੋਲੀ ਰੱਖ ਸਕਦੇ ਹੋ। ਬਿਲਕੁਲ, ਜਿਹੜੇ ਹੋਲਸੇਲਰ ਹੈ ਉਹ ਕਿੰਨੀ ਵੀ ਦਵਾਈ ਆਪਣੇ ਪਾਸ ਰੱਖ ਸਕਦੇ ਨੇ, ਤੇ ਜਿਹੜੇ ਰਿਟੇਲਰ ਨੇ ਉਹ ਬਿੱਲ
ਤੇ ਆਪਦੀਆਂ ਜਿੰਨੇ ਵੀ ਇਹਨਾਂ ਦੇ ਦਸਤਾਵੇਜ਼ ਹੈ, ਮੰਨ ਲਓ ਦਿੱਲੀ ਤੋਂ ਇਹ ਕੋਈ ਦਵਾਈ ਮੰਗਵਾਉਂਦੇ ਨੇ, ਉਹਦਾ ਬਿੱਲ ਤੇ ਆਣ ਜਾਣ ਦੇ ਟਰਾਂਸਪੋਰਟ ਦੇ ਕਾਗਜ਼ ਰੱਖ ਕੇ ਇਹ ਕਿੰਨੀ ਵੀ ਦਵਾਈ ਰੱਖ ਸਕਦੇ। ਇੱਕ ਨਾ ਸੋਨੀ ਸਾਹਿਬ, ਇਹ ਹੁੰਦਾ ਅਸੀਂ ਦੇਖਦੇ ਹਾਂ ਕਿ ਅਮੂਮਨ ਜਦੋਂ NDPS ਐਕਟ ਦੇ ਅੰਦਰ ਜਦੋਂ ਇਹ ਚੀਜ਼ਾਂ ਜਿਹੜੀਆਂ ਨੇ ਰਿਕਵਰੀ ਹੁੰਦੀ ਹੈ ਤਾਂ ਸਾਡੀਆਂ ਤਾਂ ਜਿਹੜਾ ਪੁਲਿਸ ਡਿਪਾਰਟਮੈਂਟ ਆ ਉਹ ਇਹ ਕਹਿੰਦੇ ਹੁੰਦੇ ਨੇ ਜੀ ਵੀ ਅਸੀਂ ਜਾ ਰਹੇ, ਇਹ ਬੰਦਾ ਕਿਤੇ ਜਾ ਰਿਹਾ ਸੀ, ਅਸੀਂ ਨਾਕਾ ਲਾਇਆ ਸੀ, ਨਾਕੇ ਦੌਰਾਨ ਸਾਨੂੰ ਸ਼ੱਕ ਪਿਆ, ਇਹ ਭੱਜਣ ਲੱਗਾ, ਇਹਦੇ ਹੱਥੋਂ ਇਹ ਥੈਲਾ ਡਿੱਗ ਗਿਆ, ਉਹਦੇ ਚੋਂ ਇਹ ਸਮਾਨ ਨਿਕਲਿਆ। ਅਮੂਮਨ ਜਿਹੜੀ ਹੈ ਇਹ ਗੱਲ ਹੁੰਦੀ ਹੈ, ਤੇ ਇਹ ਕਿੰਨੇ ਕੁ ਕਿਸ ਤਰੀਕੇ ਨਾਲ ਇਹਨੂੰ ਲਾਓਗੇ ਤੁਸੀਂ? ਮੈਨੂੰ 25 ਸਾਲ ਹੋ ਗਏ NDPS ਐਕਟ ਦਾ ਕੰਮ ਕਰਦੇ ਹੋਏ, ਤਾਂ ਪੁਲਿਸ ਦੀ ਇੱਕੋ ਹੀ ਸਟੋਰੀ ਹੈ ਜੋ ਇਹ ਹੈ ਕਿ ਅਸੀਂ ਨਾਕਾ ਲੱਗਿਆ ਹੋਇਆ ਸੀ ਜੀ, ਤੇ ਉਦੋਂ ਸ਼ੱਕ ਦੀ ਬਿਨਾਹ ਤੇ ਅਸੀਂ ਇਹ ਕਾਰ ਰੋਕੀ, ਉਹ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਏ, ਭੱਜਣ ਲੱਗੇ, ਉਹਨਾਂ ਦਾ ਪੈਰ ਅੜਕ ਗਿਆ ਤੇ ਉਹ ਥੈਲਾ ਡਿੱਗ ਪਿਆ ਤੇ ਉਹਦੇ ਵਿੱਚੋਂ ਬਰਾਮਦਗੀ ਹੋ ਗਈ। 25 ਸਾਲ ਦੇ ਕੈਰੀਅਰ ਵਿੱਚ ਮੈਂ ਕਦੇ ਕਿਸੇ ਨਾਕੇ ਤੇ, ਬੱਸ ਸਟੈਂਡ ਤੇ, ਚੌਂਕ ਵਿੱਚ ਪੁਲਿਸ ਨੂੰ ਕਾਰਵਾਈ ਨਸ਼ੇ ਦੀ ਕਰਦੇ ਨਹੀਂ ਦੇਖਿਆ। ਇਹ ਸਾਰੀ ਕਾਰਵਾਈ ਥਾਣੇ ਵਿੱਚ ਬੈਠ ਕੇ ਹੁੰਦੀ ਹੈ, ਲੇਕਿਨ ਪੁਲਿਸ ਦੇ ਕਾਗਜ਼ਾਂ ਦੇ ਮੁਤਾਬਕ ਉਹ ਮੌਕੇ ਤੇ ਸਾਰੀ ਕਾਰਵਾਈ ਕਰਦੇ। ਹਾਂ, ਦੇਖੋ ਇਹਦੇ ਪਿੱਛੇ ਕਾਰਨ ਕੀ ਹੋ ਸਕਦਾ? ਬਸ ਪੁਲਿਸ ਨੇ ਇੱਕ ਆਪਦਾ ਟ੍ਰੈਂਡ ਬਣਾ ਰੱਖਿਆ ਹੈ ਤੇ ਉਹ ਉਵੇਂ ਹੀ ਚੱਲਦਾ ਆ ਰਿਹਾ ਪੀੜ੍ਹੀ ਦਰ ਪੀੜ੍ਹੀ, ਉਹਨੂੰ ਬਦਲਦਾ ਨਹੀਂ। ਹਾਲਾਂਕਿ ਕੋਈ ਹਿੱਚ ਨਹੀਂ, ਜੇ ਉਹ ਕਹਿੰਦੇ ਆ ਵੀ ਅਸੀਂ ਇਹਨੂੰ ਦੋਸ਼ੀ ਨੂੰ ਸਮਾਨ ਸਮੇਤ, ਨਸ਼ੇ ਸਮੇਤ ਫੜ ਕੇ ਥਾਣੇ ਲਿਆਂਦਾ ਤੇ ਥਾਣੇ ਲਿਖਤ ਪੜਤ ਕਰ ਲਈ, ਤਾਂ ਇਹਦੇ ਵਿੱਚ ਕੋਈ ਗੱਲ ਨਹੀਂ ਹੈ, ਉਹ ਥਾਣੇ ਵੀ ਕਰ ਸਕਦੇ ਨੇ। ਪਰ ਇੱਕ ਇਹਨਾਂ ਦਾ ਕਲਚਰ ਹੈ, ਟ੍ਰੈਂਡ ਹੈ, ਉਹ ਉਵੇਂ ਹੀ ਚੱਲਦਾ ਆ ਰਿਹਾ। ਬਸ ਇੱਕ ਉਹ ਹੁੰਦਾ ਨਾ ਵੀ ਪੈਨ ਜਿਹੜਾ ਉਹਨੂੰ ਪਤਾ ਹੁੰਦਾ ਵੀ ਮੈਂ ਕੀ ਕੁਝ ਲਿਖਣਾ, ਤੇ ਉਹ ਆਪਣੇ ਆਪ ਚੱਲਦਾ ਰਹਿੰਦਾ ਜਦੋਂ। ਹਾਂ, ਉਹ ਸਟੋਰੀ ਉਹਨਾਂ ਦੀ ਇੱਕੋ ਜਿਹੀ ਸਟੋਰੀ ਹੈ। ਅੱਛਾ, ਇਹ ਜਿਹੜੇ ਹੁਣ NDPS ਦੇ ਹੁੰਦੇ ਨੇ ਜਿਹੜੇ ਜੁਰਮ ਹੈ, ਇਹ ਕਿਹੜੀ ਅਦਾਲਤ ਦੇ ਵਿੱਚ ਜਦੋਂ ਫਿਰ ਇਹ ਕੇਸ ਲੱਗਦਾ? ਜਿਹੜੇ ਕੇਸ ਸਮਾਲ ਕੁਆਂਟੀਟੀ ਦੇ ਨੇ ਉਹ ਇਲਾਕਾ ਮੈਜਿਸਟ੍ਰੇਟ ਦੇ ਚੱਲਦੇ ਨੇ, ਕਿਉਂਕਿ 3 ਸਾਲ ਤੱਕ ਦੀ ਸਜ਼ਾ ਦਾ ਕੇਸ ਹੈ ਜਿਹੜਾ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਕੋਲੇ ਚੱਲਦਾ ਹੈ। ਤੇ ਜਿਹੜੇ ਨਾਨ ਕਮਰਸ਼ੀਅਲ ਤੇ ਕਮਰਸ਼ੀਅਲ ਰਿਕਵਰੀ ਦੇ ਕੇਸ ਨੇ ਉਹ ਜੱਜ ਸਪੈਸ਼ਲ ਕੋਰਟ ਯਾਨੀ ਕਿ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਤੇ ਚੱਲਦੇ। ਓਕੇ, ਮਤਲਬ ਅਲੱਗ-ਅਲੱਗ ਹੈ ਸਿਸਟਮ। ਹਾਂਜੀ। ਅੱਛਾ, ਇਹਦੇ ਵਿੱਚ ਇਹ ਵੀ ਹੁੰਦਾ ਹੈ ਵੀ ਜਿਹੜੀ ਆਪਾਂ ਗੱਲ ਕੀਤੀ ਸੀ ਵੀ ਤਲਾਸ਼ੀ, ਅਮੂਮਨ ਕੀ ਹੁੰਦਾ ਕਿ ਅਸੀਂ ਪਤਾ ਲੱਗ ਗਿਆ ਕਿਸੇ ਨੂੰ ਵੀ ਠੀਕ ਹੈ ਜੀ ਇੱਥੇ ਇਹ ਸਾਰਾ ਸਮਾਨ ਜਿਹੜਾ ਨਸ਼ੇ ਵਾਲਾ ਇਹ ਪਿਆ, ਤੇ ਤਲਾਸ਼ੀ ਪੁਲਿਸ ਵਾਲੇ ਜਿਹੜੇ ਉਹ ਲੈਣ ਚਲੇ ਜਾਂਦੇ ਨੇ। ਕਿਸ ਪੋਸਟ ਕੋਲ ਇਹ ਹੱਕ ਹੈ ਕਿ ਉਹ ਤਲਾਸ਼ੀ ਲੈ ਸਕਦਾ? ਹਾਂ, ਬਿਲਕੁਲ ਜੀ। ਲੈਜਿਸਲੇਸ਼ਨ ਨੇ NDPS ਐਕਟ ਦੇ ਵਿੱਚ 2 ਪ੍ਰਾਵਧਾਨ ਦਿੱਤੇ ਗਏ ਨੇ ਜਿਹੜੇ ਮੈਂਡੇਟਰੀ ਹੈ ਜੀ। ਇੱਕ ਸੈਕਸ਼ਨ 42 ਤੇ ਇੱਕ ਸੈਕਸ਼ਨ 50। ਸੈਕਸ਼ਨ 50 ਦੋਸ਼ੀ ਨੂੰ ਇਹ ਹੱਕ ਦਿੰਦਾ ਹੈ ਕਿ ਉਹ ਆਪਦੀ ਤਲਾਸ਼ੀ ਕਿਸੇ ਗਜ਼ਟਡ ਅਫਸਰ ਜਾਂ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਕਰਵਾ ਸਕਦਾ ਹੈ, ਤੇ ਹਰ ਪੁਲਿਸ ਅਫਸਰ ਉਸ ਨੂੰ ਇਹ ਪੁੱਛੂਗਾ ਕਿ ਵੀ ਤੂੰ ਆਪਦੀ ਤਲਾਸ਼ੀ ਕਿਸੇ ਗਜ਼ਟਡ ਅਫਸਰ ਜਾਂ ਮੈਜਿਸਟ੍ਰੇਟ ਪਾਸ ਕਰਾ ਸਕਦਾ ਹੈ। ਪਹਿਲਾਂ ਕੀ ਸੀ, ਇਹ ਆਮ ਪੁਲਿਸ ਵਾਲੇ ਆਪਣਾ ਕੇਸ ਸਟਰੋਂਗ ਕਰਨ ਵਾਸਤੇ ਇਹ ਕਹਿ ਦਿੰਦੇ ਸੀ ਵੀ ਤੂੰ ਆਪਦੀ ਤਲਾਸ਼ੀ ਕਿਸੇ ਗਜ਼ਟਡ ਅਫਸਰ, ਮੈਜਿਸਟ੍ਰੇਟ ਜਾਂ ਮੇਰੇ ਪਾਸੋਂ ਕਰਵਾ ਸਕਦਾ ਹੈ, ਤੇ ਫਿਰ ਇਹ ਲਿਖ ਦਿੰਦੇ ਸੀ ਕਿ ਦੋਸ਼ੀ ਨੇ ਕਿਹਾ ਕਿ ਤੂੰ ਤਲਾਸ਼ੀ ਤੁਸੀਂ ਹੀ ਕਰ ਲਓ। ਲੇਕਿਨ ਮਾਨਯੋਗ ਸੁਪਰੀਮ ਕੋਰਟ ਨੇ ਇਹਨੂੰ ਦੇਖਦੇ ਹੋਏ ਇਹ ਕਾਨੂੰਨ ਪਾਸ ਕਰਤਾ ਕਿ ਜੇਕਰ ਕਿਸੇ ਵੀ ਪੁਲਿਸ ਅਫਸਰ ਨੇ ਇਹ ਗੱਲ ਕਹੀ ਕਿ ਤੂੰ ਆਪਦੀ ਤਲਾਸ਼ੀ ਕਿਸੇ ਗਜ਼ਟਡ ਅਫਸਰ, ਮੈਜਿਸਟ੍ਰੇਟ ਜਾਂ ਮੇਰੇ ਪਾਸੋਂ ਕਰਵਾ ਸਕਦਾ ਹੈ, ਤਾਂ ਉਹ ਉਸ ਦਾ ਬੈਨੀਫਿਟ ਦੋਸ਼ੀ ਨੂੰ ਦਿੱਤਾ ਜਾਊਗਾ ਤੇ ਉਸ ਕੇਸ ਵਿੱਚ ਉਸ ਨੂੰ ਬਰੀ ਕਰ ਦਿੱਤਾ ਜਾਊਗਾ। ਅੱਛਾ, ਇੱਕ ਹੋਰ ਮੈਨੂੰ ਇਹ ਵੀ ਜਾਣਕਾਰੀ ਥੋੜੀ ਜਿਹੀ ਦਿਓ। ਕਈ ਵਾਰੀ ਕੀ ਹੁੰਦਾ ਵੀ ਕੋਈ ਨਸ਼ਾ ਵੇਚਣ ਵਾਲਾ ਬੰਦਾ ਕਿਸੇ ਯਾਰ ਦੋਸਤ ਤੋਂ ਉਹਦਾ ਕੋਈ ਸਕੂਟਰ, ਮੋਟਰਸਾਈਕਲ, ਕਾਰ ਲੈ ਜਾਂਦਾ, ਜਾਂ ਵੀ ਮੈਨੂੰ ਥੋੜੀ ਦੇਰ ਲਈ ਦੇ ਦੇ ਤੇ ਮੈਂ ਜਾ ਕੇ ਆਣਾ, ਉਹ ਉਸ ਤੇ ਜਾ ਕੇ ਨਸ਼ਾ ਵੇਚ ਜਾਂਦਾ। ਉਹ ਨਸ਼ਾ ਜਦੋਂ ਵੇਚਣ ਜਾਂਦਾ ਤਾਂ ਉਹ ਉੱਥੇ ਫੜਿਆ ਗਿਆ। ਹੁਣ ਉਹਦੇ ਵਿੱਚ ਜਿਹੜਾ ਮਾਲਕ ਹੈ ਉਹ ਵੀ ਭਾਗੀਦਾਰ ਮੰਨਿਆ ਜਾਏਗਾ, ਉਹਨੂੰ ਵੀ ਸਜ਼ਾ ਹੋਏਗੀ ਕਿ ਉਹ ਜਿਹੜਾ ਵੇਚ ਕੇ ਆਇਆ ਸਿਰਫ ਉਸੇ ਨੂੰ ਹੋਏਗੀ? ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਇਹ ਕੁਐਸਚਨ ਪੁੱਟ ਕੀਤਾ। ਸੈਕਸ਼ਨ 25 NDPS ਐਕਟ ਦਾ ਕਹਿੰਦਾ ਹੈ ਕਿ ਜੇ ਕਿਸੇ ਨੇ ਕੋਈ ਆਪਣਾ ਘਰ ਜਾਂ ਵਹੀਕਲ ਕਿਸੇ ਨੂੰ ਜਾਣ ਬੁੱਝ ਕੇ ਨਸ਼ਾ ਵੇਚਣ ਵਾਸਤੇ ਦਿੱਤਾ ਹੈ ਤਾਂ ਉਹ ਬਰਾਬਰ ਦਾ ਭਾਗੀਦਾਰ ਹੋਵੇਗਾ। ਮੰਨ ਲਓ ਮੇਰਾ ਕੋਈ ਦੋਸਤ ਮੇਰੇ ਤੋਂ ਇਹ ਕਹਿ ਕੇ ਮੋਟਰਸਾਈਕਲ ਲੈ ਜਾਂਦਾ ਕਿ ਮੈਂ ਆਪਣੀ ਮੰਮੀ ਨੂੰ ਹਸਪੀਟਲ ਲੈ ਕੇ ਜਾਣਾ ਹੈ, ਤੇ ਉਹ ਉਹਦੇ ਤੇ ਗੋਲੀਆਂ ਲੈ ਕੇ ਚਲਾ ਜਾਂਦਾ ਤੇ ਗੋਲੀਆਂ ਸਮੇਤ ਉਹ ਫੜਿਆ ਜਾਂਦਾ ਹੈ, ਤਾਂ ਇਸ ਵਿੱਚ ਮੈਂ ਜੁਰਮ ਦਾ ਭਾਗੀਦਾਰ ਨਹੀਂ ਹੋਵਾਂਗਾ, ਇਕੱਲਾ ਉਹ ਭਾਗੀਦਾਰ ਹੋਊਗਾ, ਕਿਉਂਕਿ ਮੈਨੂੰ ਉਸ ਦੇ ਗੋਲੀਆਂ ਲਿਜਾਣ ਬਾਰੇ ਇਲਮ ਨਹੀਂ ਸੀ, ਨੌਲੇਜ ਨਹੀਂ ਸੀ। ਲੇਕਿਨ ਜੇ ਮੈਨੂੰ ਇਹ ਨੌਲੇਜ ਹੈ ਕਿ ਉਹ ਮੇਰੇ ਮੋਟਰਸਾਈਕਲ ਤੇ ਗੋਲੀਆਂ ਲੈ ਕੇ ਜਾ ਰਿਹਾ ਹੈ, ਮੈਂ ਉਹਨੂੰ ਪਰਮਿਟ ਕੀਤਾ, ਤਾਂ ਮੈਂ ਸੈਕਸ਼ਨ 25 ਥੱਲੇ ਬਰਾਬਰ ਦਾ ਭਾਗੀਦਾਰ ਹਾਂ। ਕਈ ਵਾਰੀ ਇਹ ਵੀ ਹੁੰਦਾ ਕਿ ਅਸੀਂ ਰਾਹ ਖੇੜੇ ਤੁਰੇ ਜਾ ਰਹੇ ਹਾਂ,
ਤੇ ਸਾਡੇ ਤੋਂ ਕੋਈ ਲਿਫਟ ਲੈ ਲੈਂਦਾ, ਲਿਫਟ ਦੇ ਵਿੱਚ ਵੀ ਸਾਨੂੰ ਨਹੀਂ ਪਤਾ, ਆਮ ਇਨਸਾਨ ਬੰਦਾ ਸੋਚਦਾ ਵੀ ਚਲੋ ਠੀਕ ਹੈ ਯਾਰ ਵੀ ਅਸੀਂ ਇਕੱਲਿਆਂ ਨੇ ਵੀ ਜਾਣਾ, ਗੱਡੀ ਜਾ ਰਹੀ ਹੈ ਜਾਂ ਸਕੂਟਰ ਜਾ ਰਿਹਾ, ਤਾਂ ਇਹ ਗੱਲਾਂ ਬੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਜਿਹਨਾਂ ਨੂੰ ਨੋਟ ਕਰਨ ਵਾਲਾ ਹੁੰਦਾ ਵੀ ਕੋਈ ਰਾਹ ਚੋਂ ਕਿਸੇ ਨੇ ਲਿਫਟ ਲੈ ਲਈ, ਉਹ ਬੰਦਾ ਨਸ਼ੇ ਦਾ ਕਾਰੋਬਾਰ ਕਰਦਾ, ਉਹਦੇ ਕੋਲ ਜੋ ਵੀ ਹੈ ਉਹ ਨਸ਼ੀਲੀ ਪਦਾਰਥ ਨੇ, ਰਾਹ ਦੇ ਵਿੱਚ ਕਿਤੇ ਨਾਕਾ ਲੱਗਿਆ, ਵਾਕਿਆ ਹੀ ਉੱਥੇ ਕਾਰਵਾਈ ਹੁੰਦੀ ਹੈ, ਉਹ ਦੋਨੋਂ ਫੜੇ ਜਾਂਦੇ ਨੇ। ਇਸ ਕੇਸ ਦੇ ਵਿੱਚ ਕੀ ਹੋ ਸਕਦਾ? ਜਿਹੜਾ NDPS ਐਕਟ ਦੇ ਵਿੱਚ ਹੈ, ਨਸ਼ੇ ਦਾ ਪੋਜੈਸ਼ਨ ਹੀ ਆਫੈਂਸ ਹੈ। ਜੇਕਰ ਕਿਸੇ ਆਦਮੀ ਪਾਸੋਂ ਕੋਈ ਨਸ਼ਾ ਫੜਿਆ ਜਾਂਦਾ ਹੈ ਤੇ ਆਪਾਂ ਕਾਰ ਵਿੱਚ 5 ਆਦਮੀ ਹੈ, ਕਾਰੋਬਾਰ ਇੱਕ ਕਰਦਾ, 4 ਬੈਠੇ ਹੈ, ਤਾਂ ਉਹ ਚਾਰਾਂ ਨੂੰ ਐਕਸਪਲੇਨ ਕਰਨਾ ਪਊਗਾ ਕਿ ਸਾਨੂੰ ਇਸ ਦੀ ਨੌਲੇਜ ਨਹੀਂ ਹੈ। ਲੇਕਿਨ ਪਰਚਾ ਉਹਨਾਂ 5 ਤੇ ਹੋਏਗਾ, ਟ੍ਰਾਇਲ ਉਹਨਾਂ ਤੇ ਚੱਲੇਗਾ ਤੇ ਉਹ ਬਰਾਬਰ ਦੇ ਸਜ਼ਾ ਦੇ ਹੱਕਦਾਰ ਹੈ, ਜਿੰਨਾ ਚਿਰ ਉਹ ਸਾਬਤ ਨਹੀਂ ਕਰਦੇ ਕਿ ਸਾਨੂੰ ਇਸ ਬਾਰੇ ਇਲਮ ਨਹੀਂ ਸੀ ਤੇ ਸਿਰਫ ਇੱਕ ਬੰਦੇ ਨੂੰ ਹੀ ਇਹਦੇ ਬਾਰੇ ਪਤਾ ਸੀ। ਇੱਕ ਸੈਕਸ਼ਨ 29 ਦੀ ਵੀ ਬੜੀ ਚਰਚਾ ਹੁੰਦੀ ਹੈ, ਬੜੇ ਲੋਕਾਂ ਨੂੰ ਜਿਹੜਾ ਆ ਇਹਦੇ ਤਹਿਤ ਮੁਲਜ਼ਮ ਬਣਾਇਆ ਜਾਂਦਾ ਹੈ, ਇਹ ਕੀ ਹੈ ਤੇ ਇਹਦੇ ਬਾਰੇ ਥੋੜੀ ਐਕਸਪਲੇਨ ਕਰ ਦਿਓ। ਸੈਕਸ਼ਨ 29 ਹੈ ਅਬੇਟਮੈਂਟ। ਮੰਨ ਲਓ ਇੱਕ ਆਦਮੀ A B ਨੂੰ ਕਹਿੰਦਾ ਹੈ ਕਿ ਆ ਲੈ 20,000 ਰੁਪਈਆ ਤੇ ਤੂੰ ਰਾਜਸਥਾਨ ਤੋਂ ਜਾ ਕੇ 2 ਗੱਟੇ ਪੋਸਟ ਦੇ ਲਿਆ ਤੇ ਇੱਥੇ ਆ ਕੇ ਇਹ 40,000 ਰੁਪਏ ਦੇ ਵਿਕ ਜਾਣਗੇ, 10,000 ਰੁਪਇਆ ਤੂੰ ਲੈ ਲਈ ਤੇ 10,000 ਰੁਪਇਆ ਮੈਂ ਲੈ ਲੂੰਗਾ ਜੀ। ਉਹ ਬੰਦਾ 2 ਗੱਟੇ ਸਮੇਤ ਫੜਿਆ ਜਾਂਦਾ ਹੈ, ਪੁਲਿਸ ਉਹਦੇ ਤੇ ਕਾਰਵਾਈ ਕਰਦੀ ਹੈ ਤੇ ਉਹਦੀ ਇੰਟੈਰੋਗੇਸ਼ਨ ਦੇ ਵਿੱਚ ਦੂਸਰੇ ਬੰਦੇ ਦਾ ਨਾਮ ਆ ਜਾਂਦਾ ਵੀ ਜੀ ਮੈਨੂੰ ਉਹਨੇ ਭੇਜਿਆ ਸੀ ਤੇ ਉਸਨੇ ਪੈਸੇ ਲੱਤੇ ਸੀ। ਹਾਲਾਂਕਿ ਉਹ ਬੰਦਾ ਮੌਕੇ ਤੇ ਉਹ ਨਹੀਂ ਫੜਿਆ ਗਿਆ, ਉਹ ਤੋਂ ਕੋਈ ਰਿਕਵਰੀ ਨਹੀਂ ਹੋਈ, ਲੇਕਿਨ ਬਾਵਜੂਦ ਇਸ ਦੇ ਉਹ ਸੈਕਸ਼ਨ 29 ਦੇ ਵਿੱਚ ਬਰਾਬਰ ਦਾ ਮੁਲਜ਼ਮ ਹੋਏਗਾ ਕਿਉਂਕਿ ਉਸਨੇ ਉਹਨੂੰ ਉਕਸਾਇਆ ਹੈ ਸਮਾਨ ਲੈ ਕੇ ਆਉਣ ਵਾਸਤੇ। ਦੇਖੋ ਇਹ ਕਈ ਵਾਰੀ ਇਹ ਵੀ ਹੋ ਸਕਦਾ ਕਿਸੇ ਨੇ ਕੋਈ ਦੁਸ਼ਮਣੀ ਕੱਢਣ ਦੇ ਮਾਰੇ ਵੀ ਅਗਲਾ ਕਿਸੇ ਨਾ ਕਿਸੇ ਦਾ ਨਾਮ ਲੈ ਸਕਦਾ। ਬਹੁਤ ਕੇਸਾਂ ਵਿੱਚ ਇਹ ਜਿਹਾ ਹੋ ਰਿਹਾ ਹੈ। ਹੁਣ ਆਮ ਮੈਂ ਜਿਹੜੇ ਅੱਜ ਕੱਲ੍ਹ ਕੇਸ ਦੇਖ ਰਿਹਾ ਹਾਂ ਉਹਨਾਂ ਦੇ ਵਿੱਚ ਕੀ ਹੈ, ਪੁਲਿਸ ਪਾਰਟੀ ਇੰਟੈਰੋਗੇਸ਼ਨ ਦੇ ਵਿੱਚ ਕਹਿੰਦੀ ਹੈ ਕਿ ਫਲਾਂ ਬੰਦਾ ਵੀ ਕੇਸ ਦੇ ਵਿੱਚ ਇਨਵੋਲਵ ਹੈ ਜੀ। ਹੁਣ ਡਾਇਰੈਕਟ ਐਵੀਡੈਂਸ ਇਸ ਦੇ ਵਿੱਚ ਕੋਈ ਨਹੀਂ ਹੁੰਦਾ ਤਾਂ ਪੁਲਿਸ ਕੀ ਕਰਦੀ ਆ, ਉਹਨਾਂ ਦੇ ਫੋਨ ਲੋਕੇਸ਼ਨਾਂ ਤੇ ਡਿਟੇਲਾਂ ਲਾ ਦਿੰਦੀ ਹੈ ਕਿ ਇਸ 23 ਤਰੀਕ ਨੂੰ ਇਹ ਨਸ਼ਾ ਲੈਣ ਗਿਆ ਤੇ 23 ਤਰੀਕ ਨੂੰ ਸਵੇਰੇ ਉਹਦੇ ਨਾਲ ਗੱਲਬਾਤ ਹੋਈ, ਲੇਕਿਨ ਇਹ ਕੋਈ ਐਵੀਡੈਂਸ ਨਹੀਂ ਹੈ ਕਿਉਂਕਿ ਗੱਲ ਕੀ ਹੋਈ ਇਹਦਾ ਕੋਈ ਸਬੂਤ ਨਹੀਂ ਹੈ। ਫੋਨ ਤਾਂ ਦਿਨ ਦੇ ਵਿੱਚ ਉਸ ਨੂੰ 100 ਆ ਸਕਦੇ ਨੇ, ਲੇਕਿਨ ਪੁਲਿਸ ਫਿਰ ਵੀ ਉਸ ਨੂੰ ਸੈਕਸ਼ਨ 29 ਦੇ ਵਿੱਚ ਉਸ ਨੂੰ ਮੁਲਜ਼ਮ ਬਣਾ ਕੇ ਤੇ ਉਹਨੂੰ ਟ੍ਰਾਇਲ ਲਈ ਮਾਨਯੋਗ ਅਦਾਲਤ ਤੇ ਪੇਸ਼ ਕਰਦਾ। ਹਾਂ ਦੇਖੋ ਅੱਜ ਕੱਲ੍ਹ ਰੌਂਗ ਨੰਬਰ ਵੀ ਕਈ ਵਾਰੀ ਸਪੋਜ਼ ਲੱਗ ਜਾਂਦਾ, ਬਾਏ ਮਿਸਟੇਕ ਕਿਸੇ ਨੇ ਇੱਕ ਅੱਧੇ ਡਿਜਿਟ ਦਾ ਫਰਕ ਵੀ ਹੋ ਜਾਂਦਾ ਹੈ ਤੇ ਇਹ ਜ਼ਰੂਰੀ ਨਹੀਂ ਵੀ ਉਹਦੇ ਜਾਂ ਤਾਂ ਉਹਦੀ ਕੋਈ ਰਿਕਾਰਡਿੰਗ ਨਾਲ ਲੱਗੇ। ਬਿਲਕੁਲ ਹੋਣਾ ਤਾਂ ਇਹੀ ਚਾਹੀਦਾ ਵੀ ਉਹਦੀ ਰਿਕਾਰਡਿੰਗ ਹੋਵੇ। ਫੋਨ ਕਰਨਾ ਕੋਈ ਬੜਾ ਵੱਡਾ ਐਵੀਡੈਂਸ ਨਹੀਂ ਹੈ। ਫੋਨ ਤਾਂ ਮੈਂ ਹੁਣ ਮੰਨ ਲਓ ਸਾਡੇ ਕੋਲ, ਮੈਂ ਵਕੀਲ ਹੈ, ਸਾਡੇ ਕੋਲ ਮੈਨੂੰ ਲੱਗਦਾ ਵੀ 200 ਫੋਨ ਡੇਲੀ ਆਉਂਦੇ ਹੋਣਗੇ ਜੀ। ਹੁਣ ਇਹ ਤਾਂ ਕੋਈ ਜ਼ਰੂਰੀ ਨਹੀਂ ਵੀ ਮੇਰੀ ਉਹਦੇ ਨਾਲ ਕੀ ਗੱਲ ਹੋਈ ਹੈ, ਸਾਡੇ ਤੋਂ ਕਿਸੇ ਨੇ ਡੇਟ ਵੀ ਪੁੱਛ ਲਈ, ਕਿਸੇ ਨੇ ਸਾਡਾ ਹਾਲ ਚਾਲ ਪੁੱਛ ਲਿਆ, ਤਾਂ ਮੈਂ ਇਸ ਨੂੰ ਕੋਈ ਵਧੀਆ ਐਵੀਡੈਂਸ ਨਹੀਂ ਮੰਨਦਾ। 25 ਸਾਲ ਹੋ ਗਏ ਸੋਨੀ ਜੀ ਤੁਹਾਨੂੰ ਇਸ ਪ੍ਰੋਫੈਸ਼ਨ ਦੇ ਵਿੱਚ, ਬੜੇ ਤੁਸੀਂ ਕੇਸ ਜਿਹੜੇ ਨੇ ਸੋਲਵ ਕੀਤੇ ਹੋਣਗੇ, ਕਈ ਬੇਦੋਸ਼ੀਆਂ ਨੂੰ ਬਚਾਇਆ ਹੋਣਾ ਤੇ ਕਈ ਦੋਸ਼ੀਆਂ ਨੂੰ ਸਜ਼ਾ ਵੀ ਦਵਾਈ ਹੋਣੀ ਹੈ। ਕੁਝ ਇਸ ਤਰ੍ਹਾਂ ਦਾ ਕੇਸ ਕੁਝ ਹੁੰਦੀਆਂ ਨਾ, ਕੁਝ ਗੱਲਾਂ ਜ਼ਿੰਦਗੀ 'ਚ ਯਾਦ ਰਹਿ ਜਾਂਦੀਆਂ, ਕੋਈ ਇੱਦਾਂ ਦਾ ਕੇਸ ਹੋਇਆ ਹੋਵੇ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ? ਇਹ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ। ਮੈਂ ਹਾਈ ਕੋਰਟ ਵਿੱਚ ਇੱਕ ਵਕੀਲ ਸਾਹਿਬ ਕੋਲੇ ਗਿਆ ਕਿਸੇ ਕੇਸ ਦੇ ਸੰਬੰਧ, ਕਿਸੇ ਦੋਸਤ ਦੇ ਕੇਸ ਦੇ ਵਿੱਚ ਮੈਂ ਉਹਦੇ ਨਾਲ ਚਲਾ ਗਿਆ ਤਾਂ ਉਹਨਾਂ ਨੇ ਸਾਨੂੰ ਉੱਥੇ ਬਿਠਾਇਆ। ਜਦੋਂ ਉਹਨਾਂ ਨੇ ਪੁੱਛਿਆ ਵੀ ਬੇਟਾ ਤੂੰ ਕੀ ਕਰਦਾ, ਤਾਂ ਮੈਂ ਕਿਹਾ ਜੀ ਮੈਂ ਵੀ ਐਡਵੋਕੇਟ ਹਾਂ। ਤਾਂ ਉਹ ਮੇਰੇ ਨਾਲ ਗੱਲਬਾਤ ਕਰਨ ਲੱਗ ਗਏ ਤੇ ਗੱਲਾਂ ਦੇ ਵਿੱਚ ਉਹਨਾਂ ਨੇ ਮੈਨੂੰ ਇੱਕ ਨੋਟੀਫਿਕੇਸ਼ਨ ਦਾ ਜ਼ਿਕਰ ਕੀਤਾ ਜੋ ਕਿ 1985 ਦੀ ਨੋਟੀਫਿਕੇਸ਼ਨ ਸੀ, 826 ਨੰਬਰ। ਉਹ 826 ਨੰਬਰ ਨੋਟੀਫਿਕੇਸ਼ਨ ਦਾ ਜਦੋਂ ਉਹਨਾਂ ਨੇ ਜ਼ਿਕਰ ਕੀਤਾ ਤਾਂ ਮੈਂ ਘਰੇ ਆ ਕੇ ਉਹ ਅਰੇਂਜ ਕੀਤੀ ਤੇ ਉਸ ਨੂੰ ਪੜ੍ਹਿਆ। ਉਹ 826 ਨੰਬਰ ਨੋਟੀਫਿਕੇਸ਼ਨ ਨੇ ਮੇਰੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਕਿਉਂਕਿ ਉਹ ਗੱਲ ਆਮ ਅਦਾਲਤਾਂ ਕੋਲ ਜਾਂ ਸਾਡੇ ਵਕੀਲਾਂ ਦੇ ਨਜ਼ਰ ਵਿੱਚ ਨਹੀਂ ਸੀ ਨੋਟੀਫਿਕੇਸ਼ਨ। ਮੈਂ ਉਸ ਦਾ ਕਾਫੀ ਫਾਇਦਾ ਉਠਾਇਆ ਤੇ ਉਹਦੇ ਨਾਲ ਕਈ ਮੈਂ ਕੇਸ ਸੋਲਵ ਕੀਤੇ ਜਿਹਦੇ ਨਾਲ ਮੇਰਾ ਇਸ ਫੀਲਡ ਦੇ ਵਿੱਚ ਨਾਮ ਬਣਿਆ। ਇੱਕ ਕੇਸ ਸੀ 6 ਕਿਲੋ ਸਮੈਕ ਦਾ।
ਉਸ ਦੇ ਵਿੱਚ ਪੁਲਿਸ ਨੇ 3-3 ਕਿਲੋ ਸਮੈਕ ਦੇ ਕੇਸ ਇੱਥੇ ਇੱਕ ਥਰਮਲ ਥਾਣਾ ਵਿੱਚ, ਇੱਕ ਕਤਵਾਲੀ ਥਾਣਾ ਵਿੱਚ ਇੱਕ ਦੋਸ਼ੀ ਦੇ ਖਿਲਾਫ ਦਰਜ ਕੀਤੇ ਸੀ। ਉਸ ਵਿੱਚ ਉਹ ਦੋਨੇ ਕੇਸ ਮੈਂ ਬਰੀ ਕਰਵਾਏ, ਜੋ ਕਿ ਉਸ ਵੇਲੇ ਸਭ ਤੋਂ ਵੱਡੀ ਰਿਕਵਰੀ 6 ਕਿਲੋ ਹੀਰੋਇਨ ਦੀ ਇਲਾਕੇ ਵਿੱਚ ਵੀ ਨਹੀਂ ਸੀ ਹੋਈ। ਉਹ ਮੇਰੀ ਜ਼ਿੰਦਗੀ ਦਾ ਬਿਹਤਰੀਨ ਕੇਸ ਹੈ ਜਿਹੜਾ ਮੈਂ ਲੜਿਆ ਤੇ ਉਸ ਨੂੰ ਮੈਂ ਬਰੀ ਕਰਵਾਇਆ। ਵੈਸੇ 826 ਕੀ ਸੀ ਨੋਟੀਫਿਕੇਸ਼ਨ? 826 ਨੰਬਰ ਨੋਟੀਫਿਕੇਸ਼ਨ ਜਿਸ ਦਿਨ ਇਹ ਐਕਟ ਬਣਿਆ ਉਸੇ ਦਿਨ ਲੈਜਿਸਲੇਸ਼ਨ ਨੂੰ ਜਾਰੀ ਕਰਨੀ ਪਈ, ਕਿਉਂਕਿ ਐਕਟ ਦੇ ਵਿੱਚ ਕੁਝ ਚੀਜ਼ਾਂ ਉਹਨਾਂ ਨੇ ਦਰਜ ਕਰ ਦਿੱਤੀਆਂ ਸੀ ਜਿਸ ਦੇ ਨਾਲ ਕਿ ਹਰ ਦਵਾਈ ਆਫੈਂਸ ਬਣ ਗਈ ਸੀ। ਤਾਂ ਉਹਨਾਂ ਨੇ ਸੇਮ ਡੇ 826 ਨੰਬਰ ਨੋਟੀਫਿਕੇਸ਼ਨ ਜਾਰੀ ਕੀਤੀ, ਜਿਸ ਦੇ ਵਿੱਚ ਨਾਰਕੋਟਿਕ ਤੇ ਸਾਈਕੋਟ੍ਰੋਪਿਕ ਸਬਸਟੈਂਸ ਨੂੰ ਮੈਨੂਫੈਕਚਰ ਡਰੱਗ ਡਿਕਲੇਅਰ ਕੀਤਾ ਤੇ ਉਹਨਾਂ ਦੀ ਮਿਕਦਾਰ ਬੰਨੀ ਵੀ ਜੇਕਰ ਇੱਕ ਸ਼ੀਸ਼ੀ ਦੇ ਵਿੱਚ ਇੰਨਾ ਸਾਲਟ ਹੋਏਗਾ ਤਾਂ ਹੀ ਜੁਰਮ ਬਣੇਗਾ, ਅਦਰਵਾਈਜ਼ ਨਹੀਂ ਬਣੇਗਾ। ਦੇਖੋ ਗੱਲ ਇਹ ਹੈ ਕਿ ਵਕੀਲ ਸਾਹਿਬ ਹਾਈ ਕੋਰਟ ਦੇ ਵਕੀਲ ਸਾਹਿਬ ਕੋਲ ਗਏ, ਉਹਨਾਂ ਨੇ ਇਹਨਾਂ ਨੂੰ ਜਾਣਕਾਰੀ ਦਿੱਤੀ 826 ਨੋਟੀਫਿਕੇਸ਼ਨ ਦੀ। ਗੱਲ ਸਿੱਖਣ ਦੀ ਹੁੰਦੀ ਹੈ, ਤੁਸੀਂ ਗੱਲ ਨੁਕਤੇ ਨੂੰ ਫੜਨਾ ਕਿੱਥੋਂ ਹੈ। ਇਹਨਾਂ ਨੇ ਉਸ ਨੁਕਤੇ ਨੂੰ ਫੜਿਆ, ਉਹਦੇ ਤੇ ਆ ਕੇ ਸਟੱਡੀ ਕੀਤੀ, ਪਤਾ ਲੱਗਿਆ ਤਾਂ ਉਹਦਾ ਇਹਨਾਂ ਨੂੰ ਬੈਨੀਫਿਟ ਹੋਇਆ, ਕੁਝ ਲੋਕਾਂ ਨੂੰ ਵੀ ਉਸ ਚੀਜ਼ ਦਾ ਜਿਹੜਾ ਬੈਨੀਫਿਟ ਹੋਇਆ। ਇਸੇ ਕਰਕੇ ਤੁਹਾਡੇ ਬੈਨੀਫਿਟ ਵਾਸਤੇ ਹੀ ਅਸੀਂ ਇਹ ਪ੍ਰੋਗਰਾਮ ਹੈ ਜਿਹੜਾ ਸਾਡਾ ਕਾਨੂੰਨ ਇਹਨੂੰ ਚਲਾਇਆ, ਕਿ ਤੁਹਾਨੂੰ ਘਰ ਬੈਠਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇ ਕਿ ਸਾਡੇ ਜਿਹੜੇ ਕਾਨੂੰਨ ਨੇ ਉਹ ਕੀ ਕਹਿੰਦੇ ਨੇ। ਕਾਨੂੰਨ ਸਾਨੂੰ ਕਾਫੀ ਜਾਣਕਾਰੀ ਦਿੰਦੇ ਨੇ, ਪਰ ਅਸੀਂ ਅਣਜਾਣ ਹੁੰਦੇ ਹਾਂ, ਸਾਨੂੰ ਸਾਡੇ ਕਾਨੂੰਨ ਬਾਰੇ ਜਾਣਕਾਰੀ ਨਹੀਂ ਹੁੰਦੀ। ਕਈ ਵਾਰੀ ਅਸੀਂ ਇਸ ਨਾ ਜਾਣਕਾਰੀ ਕਾਰਨ ਨੁਕਸਾਨ ਵੀ ਚੱਲਦੇ ਹਾਂ, ਤੇ ਜੇ ਸਾਨੂੰ ਇਹਦਾ ਪਤਾ ਹੋਵੇ ਤੇ ਅਸੀਂ ਕਾਫੀ ਹੱਦ ਤੱਕ ਆਪਣਾ ਬਚਾਅ ਵੀ ਕਰ ਸਕਦੇ ਹਾਂ। ਭਾਵੇਂ ਤੁਸੀਂ ਸਹੀ ਹੋ ਜਾਂ ਗਲਤ ਹੋ, ਇਹ ਫੈਸਲਾ ਕਰਨਾ ਹੁੰਦਾ ਕੋਰਟ ਨੇ, ਪਰ ਸਾਨੂੰ ਸਾਡੇ ਕਾਨੂੰਨ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਪੰਕਜ ਸੋਨੀ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਨੂੰ ਕਾਫੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਪੰਕਜ ਸੋਨੀ ਜੀ NDPS ਤੇ ਅਸੀਂ ਗੱਲਬਾਤ ਕੀਤੀ ਇਹਨਾਂ ਦੇ ਨਾਲ। ਉਮੀਦ ਹੈ ਤੁਹਾਨੂੰ ਕਾਫੀ ਜਾਣਕਾਰੀ ਮਿਲੀ ਹੋਏਗੀ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਫਿਰ ਗੱਲਬਾਤ ਕਰਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।